हाँ जी, सत श्री अकाल जी साਰਿਆਂ ਨੂੰ। सो पंजाब मिड ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਇਨਸਾਨ ਦੀ ਜਿਨ੍ਹਾਂ ਦਾ ਨਾਮ ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਤੇ ਇਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਮੁਕਾਬਲੇ ਕੀਤੇ ਨੇ ਤੇ ਜਿੱਤੇ ਵੀ ਨੇ। ਹਾਂਜੀ, ਅਸੀਂ ਗੱਲ ਕਰਨ ਜਾ ਰਹੇ ਹਾਂ ਹਰੀ ਸਿੰਘ ਨਲੂਆ ਜੀ ਬਾਰੇ, ਜਿਨ੍ਹਾਂ ਦਾ ਜਨਮ 1791 ਵਿੱਚ 28 ਅਪ੍ਰੈਲ ਨੂੰ ਗੁਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਸੀ ਤੇ ਮਾਤਾ ਦਾ ਨਾਮ ਬੀਬੀ ਧਰਮ ਕੌਰ ਜੀ ਸੀ ਤੇ ਇਹਨਾਂ ਦੇ ਦਾਦਾ ਸਰਦਾਰ ਬਿਸ਼ਨ ਸਿੰਘ ਜੀ ਸੀ ਜੋ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸੀ। ਤੇ ਜਦੋਂ 1881 ਵਿੱਚ ਇੱਕ ਅੰਗਰੇਜ਼ ਜਦੋਂ ਦੁਨੀਆ ਦੇ ਸਭ ਤੋਂ ਜ਼ਿਆਦਾ ਕਾਮਯਾਬ ਜਰਨੈਲਾਂ ਬਾਰੇ ਲਿਖਣ ਲੱਗਿਆ ਤਾਂ ਹਰੀ ਸਿੰਘ ਨਲੂਆ ਜੀ ਦਾ ਨਾਮ ਲਿਖਦੇ ਸਮੇਂ ਉਸ ਦਾ ਸਿਰ ਝੁਕ ਗਿਆ ਸੀ ਤੇ ਉਸ ਦਾ ਕਹਿਣਾ ਸੀ ਕਿ ਬੇਸ਼ੱਕ ਕਿਸੇ ਦੀ ਨਜ਼ਰ ਵਿੱਚ ਸਿਕੰਦਰ ਇੱਕ ਮਹਾਨ ਯੋਧਾ ਹੋਵੇਗਾ ਤੇ ਕਿਸੇ ਦੀ ਨਜ਼ਰ ਵਿੱਚ ਚੰਗੇਜ਼ ਖਾਂ, ਪਰ ਮੇਰੀ ਨਜ਼ਰ ਵਿੱਚ ਹਰੀ ਸਿੰਘ ਨਲੂਆ ਜੀ ਹੀ ਬਹਾਦਰ ਜਰਨੈਲ ਹੋਣਗੇ, ਕਿਉਂਕਿ ਉਸ ਦਾ ਇਹ ਕਹਿਣਾ ਸੀ ਕਿ ਦਰਿਆਏ ਖੈਬਰ ਤੇ ਆ ਕੇ ਹਰੇਕ ਯੋਧਾ ਹਾਰਿਆ ਹੈ ਪਰ ਉਸ ਨੂੰ ਫਤਿਹ ਕੀਤਾ ਸਿਰਫ ਹਰੀ ਸਿੰਘ ਨਲੂਆ ਜੀ ਨੇ। ਤੇ ਉਸ ਨੇ ਦੱਸਿਆ ਕਿ ਜੇਕਰ ਅੰਗਰੇਜ਼ਾਂ ਜਿੰਨੀ ਸੈਨਾ ਹਰੀ ਸਿੰਘ ਨਲੂਆ ਜੀ ਦੇ ਕੋਲ ਹੁੰਦੀ ਤਾਂ ਉਹ ਪੂਰੀ ਦੁਨੀਆ ਨੂੰ ਜਿੱਤ ਸਕਦੇ ਸੀ। ਤੇ ਜਦੋਂ ਇਹਨਾਂ ਦੀ ਉਮਰ 7 ਸਾਲ ਦੀ ਸੀ ਤਾਂ ਉਸ ਵਕਤ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਜੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੁਝ ਸਮਾਂ ਆਪਣੇ ਨਾਨਕੇ ਆਪਣੀ ਮਾਤਾ ਦੇ ਨਾਲ ਰਹਿ ਕੇ ਗੁਜ਼ਾਰਿਆ। ਤੇ ਇਸ ਦੌਰਾਨ ਹਰੀ ਸਿੰਘ ਨਲੂਆ ਜੀ ਨੇ ਪੰਜਾਬੀ, ਫਾਰਸੀ ਦੇ ਨਾਲ ਹੋਰ ਕਈ ਭਾਸ਼ਾਵਾਂ ਵੀ ਸਿੱਖੀਆਂ ਤੇ ਉਹ ਘੋੜਸਵਾਰੀ ਤੇ ਤੀਰਅੰਦਾਜ਼ੀ ਵੀ ਸਿੱਖੇ। ਤੇ ਅੱਗੇ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਜੀ ਹਰ ਬਸੰਤ ਪੰਚਮੀ ਤੇ ਇੱਕ ਦਰਬਾਰ ਕਰਿਆ ਕਰਦੇ ਸੀ ਜਿਸ ਵਿੱਚ ਨੌਜਵਾਨ ਘੋੜਸਵਾਰੀ, ਤੀਰਅੰਦਾਜ਼ੀ ਤੇ ਹਥਿਆਰਾਂ ਦੀ ਜੌਹਰ ਦਿਖਾਇਆ ਕਰਦੇ ਸੀ। ਤੇ ਜਦੋਂ ਇਹ 15 ਸਾਲ ਦੇ ਹੋਏ ਤਾਂ ਇਹਨਾਂ ਨੇ ਵੀ ਉੱਥੇ ਜਾ ਕੇ ਆਪਣੇ ਘੋੜਸਵਾਰੀ ਦੇ ਨਾਲ ਕਿਰਪਾਨ ਨੂੰ ਇੱਕ ਵੱਖਰੇ ਤਰੀਕੇ ਨਾਲ ਚਲਾਉਣ ਦੇ ਜੌਹਰ ਦਿਖਾਏ, ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੇਖਿਆ ਕਿ ਇੱਕ ਨੌਜਵਾਨ ਵੱਖਰੇ ਤਰੀਕੇ ਨਾਲ ਜੌਹਰ ਦਿਖਾ ਰਿਹਾ ਹੈ ਤੇ ਉਹਨਾਂ ਨੂੰ ਉਹ ਬਹੁਤ ਪਸੰਦ ਆਏ ਤੇ ਉਹਨਾਂ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਵਕਤ ਉਹਨਾਂ ਦਾ ਨਾਮ ਸਿਰਫ ਹਰੀ ਸਿੰਘ ਸੀ। ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਕੋਲ ਬੁਲਾ ਕੇ ਇੱਕ ਸੋਨੇ ਦਾ ਕੈਂਠਾ ਉਹਨਾਂ ਦੇ ਗਲ ਵਿੱਚ ਪਾ ਦਿੱਤਾ ਤੇ ਆਪਣੀ ਫੌਜ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ। ਤੇ ਉਸ ਸਮੇਂ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਤੇ ਉਹ ਆਪਣੇ ਸੈਨਿਕਾਂ ਨੂੰ ਯੁੱਧ ਸਿੱਖਿਆ ਦੇਣ ਲਈ ਵਿਦੇਸ਼ਾਂ ਤੋਂ ਆਰਮੀ ਜਰਨਲ ਬੁਲਾਇਆ ਕਰਦੇ ਸੀ। ਤੇ ਅੱਜ ਵੀ ਪਾਕਿਸਤਾਨ ਵਿੱਚ ਉਹਨਾਂ ਫ੍ਰੈਂਚ ਜਰਨਲਸ ਦੀਆਂ ਕਬਰਾਂ ਪਾਈਆਂ ਜਾਂਦੀਆਂ ਨੇ ਜੋ ਭਾਰਤ ਵਿੱਚ ਸਿੱਖ ਸੈਨਿਕਾਂ ਨੂੰ ਸਿੱਖਿਆ ਦੇਣ ਲਈ ਆਉਂਦੇ ਸੀ। ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰਫ ਯੁੱਧ ਸਿੱਖਿਆ ਹੀ ਨਹੀਂ ਬਲਕਿ ਵਿਦੇਸ਼ੀ ਭਾਸ਼ਾਵਾਂ ਵੀ ਆਪਣੀ ਸੈਨਾ ਨੂੰ ਉਹਨਾਂ ਤੋਂ ਸਿਖਵਾਈਆਂ ਸੀ। ਤੇ ਇੱਕ ਬਹੁਤ ਮਸ਼ਹੂਰ ਕਿੱਸਾ ਹੈ ਜੋ ਤੁਸੀਂ ਸਭ ਨੇ ਸੁਣਿਆ ਹੀ ਹੋਣਾ ਹੈ ਕਿ ਇੱਕ ਦਿਨ ਹਰੀ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਜੰਗਲ ਵਿੱਚ ਜਾ ਰਹੇ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਸ਼ੇਰ ਮਿਲ ਗਿਆ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਇਸ ਨਾਲ ਲੜਨ ਦਾ ਮੇਰਾ ਹੱਕ ਬਣਦਾ ਹੈ। ਤੇ ਉਹਨਾਂ ਨੇ ਅੱਗੇ ਵੱਧ ਕੇ ਸ਼ੇਰ ਦਾ ਸਾਹਮਣਾ ਕੀਤਾ ਪਰ ਉਹਨਾਂ ਦੇ ਹੱਥ ਚੋਂ ਤਲਵਾਰ ਛੁੱਟ ਗਈ ਸੀ। ਪਰ ਉਹਨਾਂ ਨੇ ਜੋ ਉੱਥੇ ਕੀਤਾ ਉਹ ਹੈਰਾਨ ਕਰ ਦੇਣ ਵਾਲਾ ਸੀ। ਤੇ ਅਕਸਰ ਅਸੀਂ ਦੇਖਦੇ ਹਾਂ ਕਿ ਸ਼ੇਰ ਦਾ ਸ਼ਿਕਾਰ ਨੇਜੇ ਜਾਂ ਬੰਦੂਕ ਨਾਲ ਕੀਤਾ ਜਾਂਦਾ ਹੈ, ਉਹ ਵੀ ਬਹੁਤ ਦੂਰੀ ਬਣਾ ਕੇ, ਪਰ ਕੌਮ ਦੇ ਇਹ ਜਰਨੈਲ ਨੇ ਆਪਣੀ ਗਾਤਰੇ ਦੀ ਕਿਰਪਾਨ ਦੇ ਨਾਲ ਉਸ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਤੇ ਉਸ ਦਾ ਜਵਾੜਾ ਵਿਚਕਾਰ ਤੋਂ ਉਪਾੜ ਦਿੱਤਾ ਸੀ। ਜਦ ਕਿ ਸ਼ੇਰ ਦੇ ਜਬੜੇ ਦਾ ਪ੍ਰੈਸ਼ਰ 900 ਤੋਂ ਲੈ ਕੇ 1100 ਪਾਉਂਡ ਪਰ ਸਕੁਅਰ ਇੰਚ ਹੁੰਦਾ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਦੀਆਂ ਬਾਹਾਂ ਦੇ ਵਿੱਚ ਕਿੰਨੀ ਜਾਨ ਹੋਵੇਗੀ। ਤੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਕਿਹਾ ਸੀ ਕਿ ਤੂੰ ਮੇਰਾ ਰਾਜਾ ਨਲ ਹੈ। ਤੇ ਰਾਜਾ ਨਲ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ ਤੇ ਰਾਜੇ ਨਲ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿੱਚ ਬਹੁਤ ਵਧੀਆ ਅਕਸ ਬਣਿਆ ਹੋਇਆ ਸੀ ਕਿਉਂਕਿ ਉਹਨੇ ਵੀ ਬਿਨਾਂ ਨੇਜੇ ਤੋਂ ਹੀ ਸ਼ੇਰ ਦਾ ਸ਼ਿਕਾਰ ਕੀਤਾ ਸੀ। ਤੇ ਇਸ ਤੋਂ ਬਾਅਦ ਉਹਨਾਂ ਦਾ ਨਾਮ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਪੈ ਗਿਆ ਸੀ ਤੇ ਜਿਸ ਤੋਂ ਬਾਅਦ ਇਹਨਾਂ ਦੀ ਜ਼ਗੀਰ ਵਿੱਚ ਵਾਧਾ ਕੀਤਾ ਗਿਆ ਤੇ ਉਹਨਾਂ ਵੇਲਿਆਂ ਵਿੱਚ ਉਸ ਤੋਂ ਸਾਲਾਨਾ ਆਮਦਨ 9,93,000 ਰੁਪਏ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਹ ਜਰਨੈਲ ਉਸ ਜ਼ਗੀਰ ਦਾ ਕਰਦਾ ਕੀ ਸੀ। ਅੱਧੀ ਜ਼ਗੀਰ ਦੀ ਰਕਮ ਗੁਰਧਾਮਾਂ ਤੇ ਖਰਚ ਕੀਤੀ ਜਾਂਦੀ ਸੀ ਤੇ ਅਕਾਲ ਤਖਤ ਸਾਹਿਬ ਤੇ ਜੋ ਸੋਨੇ ਦਾ ਗੁੰਬਦ ਸੀ ਉਹ ਵੀ ਇਸ ਵਿੱਚੋਂ ਹੀ ਬਣਾਇਆ ਗਿਆ ਸੀ ਤੇ ਭਾਈ ਜੋਗਾ ਸਿੰਘ ਜੀ ਦਾ ਜੋ ਪਿਸ਼ਾਵਰ ਦੇ ਵਿੱਚ ਗੁਰਦੁਆਰਾ ਹੈ ਉਹ ਵੀ ਇਸ ਤੋਂ ਹੀ ਤਿਆਰ ਕੀਤਾ ਗਿਆ ਸੀ। ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪੱਥਰ ਨੂੰ ਰੋਕ ਕੇ ਬਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ, ਜਿਹੜਾ ਗੁਰਦੁਆਰਾ ਤੁਸੀਂ ਪੰਜਾ ਸਾਹਿਬ ਅੱਜ ਦੇਖਦੇ ਹੋ, ਉਸ ਨੂੰ ਵੀ ਹਰੀ ਸਿੰਘ ਨਲੂਆ ਜੀ ਵੱਲੋਂ ਹੀ ਤਿਆਰ ਕਰਾਇਆ ਗਿਆ ਸੀ। ਤੇ ਇਸ ਤੋਂ ਇਲਾਵਾ ਉਹ ਨਿੱਜੀ ਤੌਰ ਤੇ ਜ਼ਗੀਰ ਵਿੱਚੋਂ ਆਪਣੇ ਉੱਤੇ ਕੋਈ ਵੀ ਖਰਚ ਨਹੀਂ ਕਰਦੇ ਸੀ ਬਲਕਿ ਉਹ ਬਾਕੀ ਪੈਸਾ ਆਪਣੀ ਫੌਜ ਤੇ ਖਰਚ ਕਰਿਆ ਕਰਦੇ ਸੀ। ਤੇ ਅਸੀਂ ਸੋਚ ਵੀ ਨਹੀਂ ਸਕਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸੂਰ ਨੂੰ ਫਤਿਹ ਕੀਤਾ ਸੀ ਉਸ ਵਿੱਚ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਉਸ ਵਕਤ ਇਹਨਾਂ ਦੀ ਉਮਰ 15.5 ਸਾਲ ਦੀ ਸੀ। ਤੇ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਦੀ ਸ਼ਸਤਰ ਵਿੱਦਿਆ ਕਿਵੇਂ ਦੀ ਹੋਵੇਗੀ। ਤੇ ਇਸ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੇ ਮੁਲਤਾਨ ਦੀ ਲੜਾਈ ਲੜੀ
ਤੇ ਜਿਸ ਵਿੱਚ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ। ਪਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਮਲਤਾਨ ਨੂੰ ਫਤਿਹ ਕਰ ਦਿੱਤਾ ਸੀ ਤੇ ਉੱਥੇ ਵੀ ਫਿਰ ਸਿੱਖਾਂ ਦਾ ਰਾਜ ਹੋਇਆ। ਪਰ ਜਿਸ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੂੰ 6 ਮਹੀਨੇ ਲੱਗੇ ਸੀ ਠੀਕ ਹੋਣ ਲਈ ਤੇ ਜਦੋਂ ਉਹ ਕਈ ਮਹੀਨਿਆਂ ਬਾਅਦ ਠੀਕ ਹੋ ਕੇ ਦਰਬਾਰ ਵਿੱਚ ਆਏ ਤਾਂ ਸ਼ੇਰੇ ਪੰਜਾਬ ਨੇ ਜਗੀਰ ਬਖਸ਼ੀ ਤੇ ਅੰਤ ਸਮੇਂ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਜਗੀਰ ਸਿੱਖ ਰਾਜ ਵਿੱਚ ਸਭ ਤੋਂ ਜ਼ਿਆਦਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਥਾਂ ਜਿੱਤੇ ਤੇ ਜਿੱਤਦੇ ਕਸ਼ਮੀਰ ਨੂੰ ਵੀ ਸਿੱਖ ਰਾਜ ਵਿੱਚ ਰਲਾ ਲਿਆ। ਸੋ ਬੀਬੀ ਹਰਸ਼ਰਨ ਕੌਰ ਜੀ ਬਾਰੇ ਵੀ ਤੁਸੀਂ ਸੁਣਿਆ ਹੋਵੇਗਾ। ਸੋ ਬੀਬੀ ਸ਼ਰਨ ਕੌਰ ਜੀ ਦੀ ਘਟਨਾ ਉਸ ਵਕਤ ਹੋਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਿਚਨੀ ਦਾ ਇਲਾਕਾ ਫਤਿਹ ਕੀਤਾ ਸੀ ਤੇ ਉੱਥੇ ਇੱਕ ਕਿਲਾ ਬਣਾਇਆ ਸੀ ਤੇ ਜਦੋਂ ਉਸ ਕਿਲੇ ਵਿੱਚ ਹਰੀ ਸਿੰਘ ਨਲੂਆ ਜੀ ਆਪਣਾ ਦਰਬਾਰ ਲਾ ਕੇ ਬੈਠੇ ਸੀ ਉਸ ਵਕਤ ਉੱਥੇ ਇੱਕ ਪੰਡਤ ਆਇਆ ਤੇ ਉਸ ਨੇ ਆ ਕੇ ਬੇਨਤੀ ਕੀਤੀ ਕਿ ਅਸੀਂ ਆਪਣੇ ਬੇਟੇ ਨੂੰ ਵਿਆਹ ਕੇ ਲੈ ਕੇ ਆ ਰਹੇ ਸੀ ਤੇ ਰਾਸਤੇ ਵਿੱਚ ਪਠਾਣਾ ਨੇ ਸਾਡੀ ਡੋਲੀ ਲੁੱਟ ਲਈ ਹੈ ਤੇ ਉਹ ਸਾਡੀ ਬੱਚੀ ਨੂੰ ਚੁੱਕ ਕੇ ਲੈ ਗਏ ਨੇ ਤੇ ਪਠਾਣਾ ਨੇ ਉਸ ਨੂੰ ਮਿਚਨੀ ਦੇ ਖਾਂ ਦੇ ਹਵਾਲੇ ਕਰ ਦਿੱਤਾ ਤੇ ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਉਹ ਫੌਜਦਾਰ ਕਿਸੇ ਬੱਚੀ ਨੂੰ ਚੁੱਕ ਲੈ ਜਾਂਦਾ ਹੈ ਤਾਂ ਉਹ ਉਸ ਦੀ ਇੱਜ਼ਤ ਵੀ ਲੁੱਟ ਲੈਂਦਾ ਹੈ ਤੇ ਉਸ ਦਾ ਕਤਲ ਵੀ ਕਰ ਦਿੰਦਾ ਹੈ ਤੇ ਉੱਥੋਂ ਕਦੇ ਵੀ ਬੱਚੇ ਵਾਪਸ ਨਹੀਂ ਆਉਂਦੇ। ਤੇ ਹਰੀ ਸਿੰਘ ਨਲੂਆ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਪਠਾਨ ਸੀ ਤਾਂ ਉਸ ਨੇ ਕਿਹਾ ਕਿ 5 ਪਠਾਨ ਸੀ, ਬਹੁਤ ਸ਼ਸਤਰ ਲੈ ਕੇ ਆਏ ਹੋਏ ਸੀ। ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਬਰਾਤ ਵਿੱਚ ਕਿੰਨੇ ਬੰਦੇ ਸੀ ਤਾਂ ਉਸ ਨੇ ਕਿਹਾ ਕਿ 30-40 ਵਿਅਕਤੀ ਸੀ। ਤੇ ਹਰੀ ਸਿੰਘ ਜੀ ਨੇ ਫਿਰ ਮੁਸਕਰਾ ਕੇ ਕਿਹਾ ਕਿ ਫਿਰ ਤੁਹਾਡਾ ਇਹੀ ਹਾਲ ਹੋਣਾ ਹੈ। ਜੇਕਰ ਤੁਹਾਡੇ 30-40 ਵਿਅਕਤੀਆਂ ਦੇ ਹੁੰਦੇ ਹੋਏ ਵੀ ਤੁਹਾਡੇ ਕੋਲੋਂ 5 ਵਿਅਕਤੀ ਤੁਹਾਡੇ ਘਰ ਦੀ ਇੱਜ਼ਤ ਨੂੰ ਖੋ ਕੇ ਲੈ ਗਏ ਫਿਰ ਤਾਂ ਤੁਹਾਡਾ ਇਹੀ ਹਾਲ ਹੋਣਾ। ਤੇ ਉਸੇ ਵਕਤ ਫਿਰ ਹਰੀ ਸਿੰਘ ਨਲੂਆ ਜੀ ਨੇ ਉਸ ਖਾਂ ਦੇ ਇਲਾਕੇ ਤੇ ਕਬਜ਼ਾ ਕੀਤਾ ਤੇ ਉਹ ਬੱਚੀ ਨੂੰ ਛਡਾਇਆ ਤੇ ਜਦੋਂ ਉੱਥੋਂ ਉਹਨਾਂ ਨੂੰ ਛਡਾ ਕੇ ਹਰੀ ਸਿੰਘ ਨਲੂਆ ਜੀ ਦੇ ਦਰਬਾਰ ਵਿੱਚ ਲਿਆਂਦਾ ਗਿਆ ਹਰੀ ਸਿੰਘ ਨਲੂਆ ਜੀ ਨੇ ਉਹਨਾਂ ਦੇ ਪਰਿਵਾਰ ਨੂੰ ਕਿਹਾ ਕਿ ਤੁਹਾਡੀ ਬੱਚੀ ਨੂੰ ਸਹੀ ਸਲਾਮਤ ਲੈ ਆਂਦਾ ਹੈ ਤੇ ਹੁਣ ਤੁਸੀਂ ਆਪਣੇ ਘਰ ਲਿਜਾ ਸਕਦੇ ਹੋ। ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਗਏ ਸੀ। ਅਸਲ ਵਿੱਚ ਦੀ ਗੱਲ ਇਹ ਸੀ ਕਿ ਇੱਕ ਦਿਨ ਪਠਾਨ ਦੇ ਘਰ ਵਿੱਚ ਰਹਿ ਆਈ ਹੈ। ਇਹ ਉਸ ਵਕਤ ਹੁੰਦਾ ਸੀ ਤੇ ਉਸ ਵਕਤ ਹੀ ਬੀਬੀ ਸ਼ਰਨ ਕੌਰ ਜੀ ਨੇ ਕਿਹਾ ਕਿ ਸਿੱਖਾਂ ਦਾ ਜਰਨੈਲਾ ਮੈਂ ਤੈਨੂੰ ਆਪ ਦਾ ਫੈਸਲਾ ਸੁਣਾਉਣੀ ਆ, ਇਹਨਾਂ ਨੂੰ ਬੋਲਣ ਦੀ ਲੋੜ ਹੀ ਨਹੀਂ, ਮੈਂ ਇਹਨਾਂ ਦੇ ਨਾਲ ਜਾਣਾ ਹੀ ਨਹੀਂ ਚਾਹੁੰਦੀ ਜਿਹੜੇ ਮੇਰੀ ਇੱਜ਼ਤ ਦੀ ਰੱਖਿਆ ਹੀ ਨਹੀਂ ਕਰ ਸਕਦੇ। ਤੁਸੀਂ ਮੈਨੂੰ ਭੈਣ ਕਹਿ ਕੇ ਲੈ ਕੇ ਆਇਓ ਤੇ ਜਦੋਂ ਮੈਨੂੰ ਉਹ ਚੁੱਕ ਕੇ ਲੈ ਗਏ ਸੀ ਤਾਂ ਮੈਂ ਕਿਸੇ ਦੀ ਪਤਨੀ ਸੀ ਤਾਂ ਮੇਰੀ ਕੋਈ ਬਦਨਾਮੀ ਨਹੀਂ ਹੋਈ, ਪਰ ਅੱਜ ਤੂੰ ਮੈਨੂੰ ਵੀਰਿਆ ਭੈਣ ਕਹਿ ਕੇ ਲੈ ਕੇ ਆਇਆ। ਪਰ ਜੇਕਰ ਕਿਸੇ ਨੇ ਦੁਬਾਰਾ ਡੋਲਾ ਲੁੱਟ ਲਿਆ ਤਾਂ ਲੋਕੀ ਇਹ ਕਹਿਣਗੇ ਕਿ ਹਰੀ ਸਿੰਘ ਨਲੂਏ ਦੀ ਭੈਣ ਨੂੰ ਕੋਈ ਚੁੱਕ ਕੇ ਲੈ ਗਿਆ। ਮੈਂ ਨਹੀਂ ਇਹਨਾਂ ਦੇ ਨਾਲ ਜਾਣਾ ਚਾਹੁੰਦੀ, ਜਿਹੜੇ ਲੋਕਾਂ ਨੇ ਮੈਨੂੰ ਕੱਲ ਨਹੀਂ ਬਚਾਇਆ ਉਹਨਾਂ ਤੋਂ ਅੱਜ ਵੀ ਨਹੀਂ ਬਚਾਇਆ ਜਾਣਾ। ਤੇ ਹਰੀ ਸਿੰਘ ਨਲੂਆ ਜੀ ਨੇ ਅੱਗੇ ਵੱਧ ਕੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਭੈਣੇ ਕੋਈ ਨਹੀਂ, ਜਿੰਨਾ ਚਿਰ ਤੇਰਾ ਡੋਲਾ ਘਰ ਨਹੀਂ ਪਹੁੰਚਦਾ ਉਹਨਾਂ ਚਿਰ ਮੈਂ ਹਿਫਾਜ਼ਤ ਕਰਾਂਗਾ, ਤੂੰ ਇਹਨਾਂ ਨਾਲ ਘਰ ਜਾ। ਤੇ ਬੀਬੀ ਦੇ ਨਾ ਮੰਨਣ ਤੇ ਫਿਰ ਹਰੀ ਸਿੰਘ ਜੀ ਨੇ ਕਿਹਾ ਕਿ ਤੁਹਾਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਣਾ ਪੈਣਾ ਤੇ ਫਿਰ ਉਹਨਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਤੇ ਉਹਨਾਂ ਦਾ ਨਾਮ ਬੀਬੀ ਸ਼ਰਨੀ ਤੋਂ ਬੀਬੀ ਹਰਸ਼ਰਨ ਕੌਰ ਜੀ ਪਿਆ ਤੇ ਇਹ ਉਸ ਵਕਤ ਜਮਰੌਦ ਦੇ ਕਿਲੇ ਦੇ ਵਿੱਚ ਸੀ। ਤੇ ਜੇਕਰ ਅਸੀਂ ਇਤਿਹਾਸ ਵਿੱਚ ਥੋੜਾ ਪਿੱਛੇ ਦੇਖੀਏ ਤਾਂ ਅਕਸਰ ਇਹ ਘਟਨਾਵਾਂ ਵਾਪਰਦੀਆਂ ਹੀ ਰਹੀਆਂ ਨੇ ਕਿ ਵਿਆਹ ਤੋਂ ਆਉਂਦੇ ਹੋਏ ਬਰਾਤ ਨੂੰ ਲੁੱਟਿਆ ਜਾਂਦਾ ਸੀ ਤੇ ਉਸ ਵਕਤ ਬਰਾਤੀ ਇਸ ਕਰਕੇ ਹੀ ਲਿਜਾਏ ਜਾਂਦੇ ਸੀ ਕਿ ਜੇਕਰ ਹਮਲਾ ਹੋਵੇ ਤਾਂ ਉਹ ਰੱਖਿਆ ਕਰ ਸਕਣ। ਪਰ ਅੱਜ ਦੇ ਸਮੇਂ ਅਸੀਂ ਵੱਧ ਤੋਂ ਵੱਧ ਬਰਾਤ ਲਿਜਾਣਾ ਆਪਣੀ ਸ਼ਾਨ ਸਮਝਦੇ ਹਾਂ ਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਵਾਪਸ ਆਉਂਦੇ ਹੋਏ ਆਪਣੇ ਆਪ ਦਾ ਹੀ ਨਹੀਂ ਪਤਾ ਰਹਿੰਦਾ ਤੇ ਰੱਖਿਆ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਤੇ ਅੱਜ ਵੀ ਵਿਆਹ ਸ਼ਾਦੀਆਂ ਹੁੰਦੀਆਂ ਨੇ ਤੇ ਇੱਕ ਸਰਵਾਲਾ ਬਣਾਇਆ ਜਾਂਦਾ ਹੈ ਤੇ ਉਹਨੂੰ ਵੀ ਲਾੜੇ ਵਰਗੇ ਹੀ ਕੱਪੜੇ ਪਵਾਏ ਜਾਂਦੇ ਨੇ, ਪਰ ਕਦੇ ਇਹ ਸੋਚਿਆ ਕਿ ਇਹ ਕਿਉਂ ਤਿਆਰ ਕੀਤਾ ਜਾਂਦਾ ਹੈ? ਪਾਸਟ ਵਿੱਚ ਇਸ ਦਾ ਕੋਈ ਮਤਲਬ ਤਾਂ ਹੋਵੇਗਾ ਤਾਂ ਹੀ ਇਸ ਨੂੰ ਤਿਆਰ ਕੀਤਾ ਜਾਂਦਾ ਹੈ, ਪਰ ਅੱਜ ਅਸੀਂ ਸਿਰਫ ਦਿਖਾਵੇ ਲਈ ਹੀ ਤਿਆਰ ਕਰਦੇ ਹਾਂ। ਅਸਲ ਵਿੱਚ ਵਿਆਹ ਵਾਲੇ ਲੜਕੇ ਨੂੰ ਕਿਹਾ ਜਾਂਦਾ ਹੈ ਵਰ ਤੇ ਲੜਕੀ ਨੂੰ ਕਿਹਾ ਜਾਂਦਾ ਹੈ ਵਾਲਾ ਤੇ ਇਸ ਤੋਂ ਸ਼ਬਦ ਬਣਦਾ ਹੈ ਵਰ ਵਾਲਾ। ਤੇ ਹਿੰਦੂ ਵਿਦਵਾਨਾਂ ਨੇ ਇੱਕ ਤਰੀਕਾ ਲੱਭਿਆ ਸੀ ਜਦੋਂ ਇਸ ਤਰ੍ਹਾਂ ਬਰਾਤਾਂ ਲੁੱਟ ਲਈਆਂ ਜਾਂਦੀਆਂ ਸੀ ਤੇ ਉਸ ਵਕਤ ਲੜਕੀ ਨੂੰ ਦਿਖਾਇਆ ਤਾਂ ਜਾਂਦਾ ਨਹੀਂ ਸੀ, ਸਿੱਧਾ ਵਿਆਹ ਹੀ ਹੁੰਦਾ ਸੀ ਤੇ ਜਦੋਂ ਬਰਾਤਾਂ ਜਾਂਦੀਆਂ ਸੀ ਤਾਂ ਉਹਨਾਂ ਦੇ ਗਹਿਣਾ ਗੱਟਾ ਲੁੱਟਣ ਲਈ ਉਹਨਾਂ ਤੇ ਹਮਲਾ ਹੁੰਦਾ ਸੀ ਤੇ ਜੇਕਰ ਵਰ ਮਾਰਿਆ ਜਾਂਦਾ ਸੀ ਤਾਂ ਇਸ ਲਈ ਉਹਨਾਂ ਨੇ ਇਹ ਤਰੀਕਾ ਲੱਭਿਆ ਸੀ ਕਿ ਇਸ ਤਰ੍ਹਾਂ ਦੇ ਹੀ ਕੱਪੜੇ ਪਵਾ ਕੇ ਉਸ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਉਹਦੀ ਹਮ ਉਮਰ ਦਾ ਹੀ ਇੱਕ ਲੜਕਾ ਹੋਰ ਤਿਆਰ ਕੀਤਾ ਜਾਵੇ ਜਿਸ ਨੂੰ ਬਰਾਤ ਦੇ ਪਿੱਛੇ ਰੱਖਿਆ ਜਾਂਦਾ ਸੀ ਤੇ ਜੇਕਰ ਕੋਈ ਘਟਨਾ ਵਾਪਰਦੀ ਸੀ ਤਾਂ ਉਸ ਦਾ ਵਿਆਹ ਉਸ ਲੜਕੀ ਨਾਲ ਕਰ ਦਿੱਤਾ ਜਾਂਦਾ ਸੀ ਤੇ ਉਹ ਦੂਜੇ ਲੜਕੇ ਨੂੰ ਨਾਮ ਦਿੱਤਾ ਗਿਆ ਸੀ ਸਰਵਾਲਾ। ਪਰ ਇਹ ਪਰੰਪਰਾ ਅੱਜ ਸਿੱਖਾਂ ਵਿੱਚ ਵੀ ਬਹੁਤ ਪ੍ਰਚਲਿਤ ਹੋ ਚੁੱਕੀ ਹੈ, ਪਰ ਇਹ ਆਈ ਕਿੱਥੋਂ ਸੀ ਇਹ ਤੁਸੀਂ ਸਮਝ ਹੀ ਗਏ ਹੋਣੇ ਆ। ਸੋ ਆਪਾਂ ਆਪਣੀ ਕਹਾਣੀ ਵਿੱਚ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਉਸ ਕਿੱਸੇ ਦੀ ਜਦੋਂ ਇੱਕ ਔਰਤ ਨੇ ਹਰੀ ਸਿੰਘ ਨਲੂਆ ਜੀ ਨੂੰ ਕਿਹਾ ਸੀ ਕਿ ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਪੁੱਤਰ ਜਨਮ ਲਵੇ। ਸੋ ਕੀ ਹੋਇਆ ਸੀ ਉਸ ਵਕਤ, ਉਸ ਬਾਰੇ ਗੱਲ ਕਰਦੇ ਹਾਂ। ਪੇਸ਼ਾਵਰ ਦਾ ਗਵਰਨਰ ਬਣ ਕੇ ਹਰੀ ਸਿੰਘ ਨਲੂਆ ਜੀ ਨੇ ਬਹੁਤ ਸਾਰੇ ਕਿਲਿਆਂ ਦਾ ਜਾਲ ਬਣਾ ਦਿੱਤਾ ਸੀ ਤੇ ਕਈ ਕਿਲੇ ਨਵੇਂ ਬਣਾਏ ਗਏ ਸੀ ਤੇ ਕਈ ਪੁਰਾਣਿਆਂ ਦੀ ਮੁਰੰਮਤ ਕੀਤੀ। ਤੇ ਜਦੋਂ ਨਾਸਰ ਖਾਨ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਨਲੂਆ ਜੀ ਨੇ ਦਰਿਆਏ ਖੈਬਰ ਤੇ ਕਬਜ਼ਾ ਕਰ ਲਿਆ
ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਆਪਣਾ ਸਮਾਨ ਬੰਨ ਲੈ, ਆਪਾਂ ਇੱਥੋਂ ਚੱਲਦੇ ਹਾਂ, ਕਿਤੇ ਹਰੀ ਸਿੰਘ ਨਲੂਆ ਆਪਣਾ ਨੁਕਸਾਨ ਨਾ ਕਰ ਦੇਵੇ। ਤੇ ਫਿਰ ਉਹਨਾਂ ਦਾ ਪੁੱਤਰ ਆਪਣੀ ਮੰਗੇਤਰ ਬਾਨੋ ਦੇ ਘਰੇ ਗਿਆ, ਜਿਸ ਨਾਲ ਉਸ ਦਾ ਨਿਕਾਹ ਹੋਣਾ ਸੀ। ਤੇ ਉਸ ਨੇ ਜਾ ਕੇ ਬਾਨੋ ਨੂੰ ਕਿਹਾ ਕਿ ਚੱਲ ਆਪਾਂ ਇਹ ਇਲਾਕਾ ਛੱਡ ਕੇ ਚੱਲੀਏ, ਕਿਉਂਕਿ ਹਰੀ ਸਿੰਘ ਨਲੂਆ ਇੱਥੇ ਪਹੁੰਚ ਚੁੱਕਿਆ ਹੈ ਤੇ ਅਸੀਂ ਉਹਦੇ ਸਾਹਮਣੇ ਮੈਦਾਨ ਵਿੱਚ ਨਹੀਂ ਖੜ ਸਕਦੇ। ਤੇ ਫਿਰ ਬਾਨੋ ਕਹਿੰਦੀ ਹੈ ਕਿ ਤੂੰ ਤਾਂ ਕਹਿੰਦਾ ਸੀ ਕਿ ਮੇਰੇ ਅੱਗੇ ਤਾਂ ਪਹਾੜ ਵੀ ਡਿੱਗ ਪੈਂਦੇ ਨੇ, ਤੂੰ ਤੇ ਕਹਿੰਦਾ ਸੀ ਜਦੋਂ ਮੈਂ ਤੀਰ ਚੱਕਦਾ ਤਾਂ ਮੇਰੇ ਸਾਹਮਣੇ ਕੋਈ ਦੁਸ਼ਮਣ ਨਹੀਂ ਖੜਦਾ, ਤੇ ਹਾਲੇ ਤਾਂ ਹਰੀ ਸਿੰਘ ਇੱਥੇ ਆਇਆ ਵੀ ਨਹੀਂ, ਤੂੰ ਤਾਂ ਪਹਿਲਾਂ ਹੀ ਡਰ ਗਿਆ। ਤੇ ਹੁਣ ਕਿੱਥੇ ਗਈ ਤੇਰੀ ਦਲੇਰੀ, ਕਿੱਥੇ ਗਈ ਤੇਰੀ ਬਹਾਦਰੀ? ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣ ਲਈ ਹਾਂ ਹੀ ਇਸ ਕਾਰਨ ਕੀਤੀ ਸੀ ਕਿ ਤੂੰ ਦਰਿਆਏ ਖੈਬਰ ਦੇ ਸਾਰੇ ਪਠਾਣਾ ਵਿੱਚੋਂ ਬਹਾਦਰ ਜਰਨੈਲ ਹੈ, ਤੂੰ ਤੇ ਡਰਪੋਕ ਹੀ ਬਹੁਤ ਵੱਡਾ ਨਿਕਲਿਆ। ਤੇ ਉਹ ਕਹਿੰਦਾ ਮੇਰੇ ਕੋਲ ਤੇਰੇ ਜਵਾਬ ਦੇਣ ਦਾ ਸਮਾਂ ਨਹੀਂ ਹੈ, ਤੂੰ ਚੱਲ ਛੇਤੀ ਇੱਥੋਂ ਚੱਲੀਏ। ਤੇ ਫਿਰ ਬਾਨੋ ਕਹਿੰਦੀ ਇਹ ਕਿਹੜਾ ਜਰਨੈਲ ਹੈ ਜਿਸ ਤੋਂ ਤੁਸੀਂ ਇੰਨਾ ਡਰਦੇ ਹੋ? ਤੇ ਉਹ ਕਹਿੰਦਾ ਇਹ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਹੈ। ਤੇ ਫਿਰ ਉਹ ਇਹ ਜਿੱਦ ਤੇ ਅੜ ਗਈ ਕਿ ਮੈਂ ਇਹ ਜਰਨੈਲ ਨੂੰ ਦੇਖਣਾ ਚਾਹੁੰਦੀ ਹਾਂ। ਤੇ ਉਹਨੇ ਬਹੁਤ ਸਮਝਾਇਆ ਕਿ ਤੇਰਾ ਉੱਥੇ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਉਹ ਆਪਣਾ ਦੁਸ਼ਮਣ ਹੈ, ਤੇਰੀ ਜਾਨ ਵੀ ਜਾ ਸਕਦੀ ਹੈ ਤੇ ਇੱਜ਼ਤ ਵੀ। ਤੇ ਉਹ ਕਹਿੰਦੀ ਚਾਹੇ ਜਾਨ ਜਾਵੇ ਚਾਹੇ ਜਾਵੇ ਇੱਜ਼ਤ, ਮੈਂ ਉਹ ਜਰਨੈਲ ਜ਼ਰੂਰ ਦੇਖਣਾ ਹੈ ਜਿਸ ਤੋਂ ਤੁਸੀਂ ਡਰਦੇ ਹੋ। ਤੇ ਆਖਰਕਾਰ ਬਾਨੋ ਉੱਥੇ ਪਹੁੰਚ ਗਈ ਤੇ ਉਸ ਵਕਤ ਹਰੀ ਸਿੰਘ ਨਲੂਆ ਜੀ ਉੱਥੇ ਕਿਲਾ ਤਿਆਰ ਕਰਵਾ ਰਹੇ ਸੀ ਤੇ ਉਹ ਉਹਨਾਂ ਦੇ ਇੱਕ ਛੋਟੇ ਜਿਹੇ ਟੈਂਟ ਦੇ ਤੰਬੂ ਵਿੱਚ ਪਹੁੰਚ ਗਈ। ਤੇ ਹਰੀ ਸਿੰਘ ਨਲੂਆ ਜੀ ਨੇ ਜਦੋਂ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਉਹਨਾਂ ਦੇ ਸਾਹਮਣੇ ਖੜੀ ਸੀ। ਤੇ ਉਹਨੇ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਕੌਣ ਹੋ? ਤੇ ਹਰੀ ਸਿੰਘ ਨਲੂਆ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ। ਤੇ ਉਹਨੇ ਦੂਜਾ ਸਵਾਲ ਕੀਤਾ ਕਿ ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕੀਤਾ ਹੈ? ਤੇ ਹਰੀ ਸਿੰਘ ਨਲੂਆ ਜੀ ਨੇ ਕਿਹਾ ਕਿ ਅਸੀਂ ਕਿਸੇ ਦੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ, ਅਸੀਂ ਤਾਂ ਆਪਣੇ ਘਰ ਦੀ ਰੱਖਿਆ ਕੀਤੀ ਹੈ। ਤੇ ਉਹ ਉਹਨਾਂ ਦੇ ਜਵਾਬ ਤੋਂ ਬਹੁਤ ਪ੍ਰਭਾਵਿਤ ਹੋਈ। ਤੇ ਇਸ ਤੋਂ ਬਾਅਦ ਉਹਨੇ ਕਿਹਾ ਕਿ ਮੈਂ ਇਹ ਪ੍ਰਣ ਕੀਤਾ ਸੀ ਕਿ ਮੈਂ ਕਿਸੇ ਬਹਾਦਰ ਦੇ ਘਰ ਨਿਕਾਹ ਕਰਨਾ ਹੈ। ਤੇ ਉਹਨੇ ਕਿਹਾ ਉਹ ਸਿੱਖਾਂ ਦੇ ਜਰਨੈਲਾ, ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਪੁੱਤਰ ਜਨਮ ਲਵੇ। ਤੇ ਹਰੀ ਸਿੰਘ ਨਲੂਆ ਜੀ ਨੇ ਆਪਣਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਬੇਟਾ ਪੁੱਤਰ ਜਿਵੇਂ ਮਰਜ਼ੀ ਦਾ ਹੋਵੇ, ਆਪਣੇ ਖੁਦਾ ਅੱਗੇ ਇਹ ਫਰਿਆਦ ਕਰਿਆ ਕਰ ਕਿ ਉਹ ਚੰਗੇ ਅਸੂਲਾਂ ਦਾ ਮਾਲਕ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਸ਼ਕਲ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਬੰਦੇ ਦੇ ਅਸੂਲਾਂ ਦੀ ਅਹਿਮੀਅਤ ਹੁੰਦੀ ਹੈ। ਤੇ ਉਹ ਫੇਰ ਦੁਬਾਰਾ ਕਹਿੰਦੀ ਕਿ ਤੂੰ ਜਰਨੈਲਾ ਸਮਝਿਆ ਨਹੀਂ, ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਨਿਕਾਹ ਕਰ ਲਵੇਂ ਤੇ ਫੇਰ ਮੇਰੀ ਕੁੱਖ ਵਿੱਚੋਂ ਤੇਰਾ ਪੁੱਤਰ ਪੈਦਾ ਹੋਵੇ। ਤੇ ਉਸ ਵਕਤ ਹਰੀ ਸਿੰਘ ਨਲੂਆ ਜੀ ਦਾ ਵਿਆਹ ਵੀ ਹੋ ਚੁੱਕਿਆ ਸੀ ਤੇ ਉਹਨਾਂ ਦੇ 2 ਪੁੱਤਰ ਵੀ ਸੀ ਤੇ ਇੱਕ ਧੀ ਵੀ ਸੀ। ਤੇ ਹਰੀ ਸਿੰਘ ਨਲੂਆ ਜੀ ਨੇ ਕਿਹਾ ਕਿ ਮੈਂ ਵਿਆਹਿਆ ਹੋਇਆ ਤੇ ਮੈਂ ਤਾਂ ਇੰਜ ਸੋਚ ਵੀ ਨਹੀਂ ਸਕਦਾ, ਤੇ ਤੂੰ ਇਹ ਕੀ ਸੋਚ ਕੇ ਇੱਥੇ ਆ ਗਈ? ਤੇ ਉਹ ਕਹਿੰਦੀ ਬੇਸ਼ੱਕ ਤੁਹਾਡਾ ਪਹਿਲਾਂ ਵਿਆਹ ਹੋਇਆ ਹੈ, ਪਰ ਮੈਨੂੰ ਤੁਹਾਡੇ ਤੋਂ ਪੁੱਤਰ ਚਾਹੀਦਾ, ਤੁਸੀਂ ਮੇਰੇ ਨਾਲ ਨਿਕਾਹ ਕਰ ਲਓ। ਤੇ ਹਰੀ ਸਿੰਘ ਨਲੂਆ ਜੀ ਫਿਰ ਜੋਸ਼ ਵਿੱਚ ਆਏ ਤੇ ਆਪਣੇ ਕੋਲ ਪਈ ਤਲਵਾਰ ਨੂੰ ਚੱਕਿਆ ਤੇ ਉਹਨਾਂ ਨੂੰ ਕਿਹਾ ਕਿ ਇੱਥੋਂ ਜਲਦੀ ਤੋਂ ਜਲਦੀ ਬਾਹਰ ਹੋ ਜਾ, ਤੂੰ ਇੱਕ ਸਿੱਖ ਨੂੰ ਪਰਖਣ ਲਈ ਆਈ ਹੈ। ਤੇ ਵਾਪਸ ਜਾਣ ਲੱਗੀ ਬਾਨੋ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹ ਦਰਵਾਜ਼ੇ ਤੇ ਜਾ ਕੇ ਰੁਕੀ ਤੇ ਝੋਲੀ ਅੱਡ ਕੇ ਬੋਲੀ, ਉਹ ਸਿੱਖਾਂ ਦਾ ਜਰਨੈਲਾ, ਮੈਂ ਤੇ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਤੇ ਅੱਜ ਪਠਾਣਾ ਦੀ ਬੱਚੀ ਇੱਥੋਂ ਖਾਲੀ ਜਾ ਰਹੀ ਹੈ। ਤੇ ਹਰੀ ਸਿੰਘ ਨਲੂਆ ਜੀ ਨੇ ਕਿਹਾ ਕਿ ਰੁਕ ਜਾ, ਤੂੰ ਇਹ ਦੱਸ ਤੇਰਾ ਨਾਮ ਕੀ ਹੈ? ਤੇ ਉਹਨੇ ਕਿਹਾ ਕਿ ਮੇਰਾ ਨਾਮ ਹੈ ਬਾਨੋ। ਤੇ ਫਿਰ ਉਹਨਾਂ ਨੇ ਆਪਣੇ ਕੋਲੇ ਪਈ ਇੱਕ ਚਾਦਰ ਨੂੰ ਚੱਕ ਕੇ ਉਹਨਾਂ ਦੇ ਸਿਰ ਤੇ ਰੱਖਿਆ ਤੇ ਹੱਥ ਜੋੜ ਕੇ ਉਹਦੇ ਸਾਹਮਣੇ ਖੜਾ ਹੋ ਗਿਆ ਤੇ ਉਹਨਾਂ ਕਿਹਾ ਕਿ ਬਾਨੋ ਤੂੰ ਚਾਹੁੰਦੀ ਸੀ ਨਾ ਕਿ ਤੇਰੇ ਘਰ ਵਿੱਚ ਹਰੀ ਸਿੰਘ ਨਲੂਏ ਵਰਗਾ ਪੁੱਤਰ ਜਨਮ ਲਵੇ, ਤੇ ਅੱਜ ਤੋਂ ਤੂੰ ਮੇਰੀ ਮਾਤਾ ਤੇ ਹਰੀ ਸਿੰਘ ਨਲੂਆ ਹੀ ਤੇਰਾ ਪੁੱਤਰ। ਤੇ ਉਸ ਸਮੇਂ ਹਰੀ ਸਿੰਘ ਨਲੂਆ ਜੀ ਦੀ ਉਮਰ 42 ਸਾਲ ਤੋਂ ਉੱਪਰ ਸੀ ਤੇ ਜਿਸ ਨੂੰ ਉਹਨਾਂ ਨੇ ਆਪਣੀ ਮਾਤਾ ਬਣਾਇਆ ਸੀ ਉਸ ਬਾਨੋ ਦੀ ਉਮਰ 19-20 ਸਾਲ ਦੀ ਸੀ। ਸੋ ਐਦਾਂ ਦੇ ਸੀ ਸਾਡੇ ਸਿੱਖ ਕੌਮ ਦੇ ਜਰਨੈਲ